ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਕਹਾਣੀ ਹੈ ਰੱਬ ਇਹੋ ਜਿਹੀ ਘਰਵਾਲੀ ਸਭ ਨੂੰ ਦੇਵੇ। ਨਵੀਆਂ ਕਹਾਣੀਆਂ ਦੇ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ। ਸਵੇਰੇ ਲੇਟ ਉੱਠਿਆ ਤਾਂ ਦਫ਼ਤਰ ਜਾਣ ਵਿੱਚ ਦੇਰ ਹੋ ਰਹੀ ਸੀ। ਮੈਂ ਆਪਣੀ ਪਤਨੀ ਨੂੰ ਆਪਣੇ ਕੱਪੜੇ ਤਿਆਰ ਰੱਖਣ ਲਈ ਬਾਥਰੂਮ 'ਚੋਂ ਆਵਾਜ਼ ਮਾਰੀ। ਮੈਂ ਬਾਥਰੂਮ ਵਿੱਚ ਜ਼ਿਆਦਾ ਸਮਾਂ ਨਹੀਂ ਬਿਤਾਇਆ ਅਤੇ ਜਲਦੀ ਸ਼ਾਵਰ ਤੋਂ ਬਾਅਦ ਬਾਹਰ ਆ ਗਿਆ। ਮੈਂ ਆਪਣੇ ਬਿਸਤਰੇ 'ਤੇ ਦੇਖਿਆ ਅਤੇ ਉੱਥੇ ਕੋਈ ਕੱਪੜੇ ਨਹੀਂ ਸਨ। ਮੈਂ ਗੁੱਸੇ ਵਾਲੀ ਆਵਾਜ਼ ਵਿੱਚ ਆਪਣੀ ਪਤਨੀ ਨੂੰ ਫੇਰ ਬੁਲਾਇਆ। ਉਹ ਸ਼ਾਇਦ ਰਸੋਈ ਵਿੱਚ ਸੀ, ਮੇਰੇ ਲਈ ਖਾਣਾ ਬਣਾ ਰਹੀ ਸੀ, ਇਸ ਲਈ ਉਸਨੇ ਮੇਰੀ ਆਵਾਜ਼ ਨਹੀਂ ਸੁਣੀ, ਜਾਂ ਕੁੱਕਰ ਦੀ ਉੱਚੀ ਸੀਟੀ ਨੇ ਸ਼ਾਇਦ ਮੇਰੀ ਆਵਾਜ਼ ਨੂੰ ਦਬਾ ਦਿੱਤਾ ਸੀ। ਇਸ ਵਾਰ ਮੈਂ ਗੁੱਸੇ ਨਾਲ ਹੋਰ ਉੱਚੀ ਚੀਕਿਆ, ਪਰ ਰਸੋਈ ਵਿੱਚੋਂ ਬਹੁਤ ਮਿੱਠਾ ਜਵਾਬ ਆਇਆ, ਆਉਣੀ ਆ ਜੀ। ਮੇਰਾ ਗੁੱਸਾ ਸ਼ਿਖਰ 'ਤੇ ਸੀ। ਮੈਨੂੰ ਦਫ਼ਤਰ ਲਈ ਦੇਰ ਹੋ ਰਹੀ ਸੀ। ਮੈਂ ਅੰਦਰੋਂ ਗੁੱਸੇ ਨਾਲ ਭਰਿਆ ਪਿਆ ਸੀ ਕਿ ਉਦੋਂ ਹੀ ਪਤਨੀ ਕਮਰੇ ਵਿੱਚ ਆਉਂਦੀ ਹੈ ਅਤੇ ਉਹ ਸਿੱਧੀ ਅਲਮਾਰੀ ਵੱਲ ਚਲੀ ਜਾਂਦੀ ਹੈ। ਮੇਰੇ ਮਨ ਵਿੱਚ ਸਵਾਲ ਆਇਆ ਕਿ ਕੀ ਉਸਨੇ ਮੇਰੀ ਆਵਾਜ਼ ਸੁਣੀ ਸੀ ਜਾਂ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਫਿਲਹਾਲ ਜੋ ਵੀ ਹੋਵੇ, ਉਹ ਮੇਰੇ ਵੱਲ ਦੇਖਦੀ ਹੋਈ ਬਿਸਤਰੇ 'ਤੇ ਕੱਪੜੇ ਰੱਖ ਦਿੰਦੀ ਹੈ ਅਤੇ ਚਲੀ ਜਾਂਦੀ ਹੈ। ਅਚਾਨਕ ਉਹ ਵਾਪਸ ਆਉਂਦੀ ਹੈ ਅਤੇ ਮੈਨੂੰ ਕਹਿੰਦੀ ਹੈ ਕਿ ਜੇ ਮੈਂ ਤੁਹਾਨੂੰ ਕਿਸੇ ਨਾਲ ਰਾਤ ਦੇ ਖਾਣੇ ਅਤੇ ਫਿਲਮ ਲਈ ਬਾਹਰ ਜਾਣ ਲਈ ਕਹਾਂ ਤਾਂ ਤੁਸੀਂ ਕੀ ਕਹੋਗੇ। ਉਸ ਦਾ ਪੁੱਛਣ ਦਾ ਅੰਦਾਜ਼ਾ ਥੋੜ੍ਹਾ ਵੱਖਰਾ ਹੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਸ ਬਾਰੇ ਅਤੇ ਕਿਉਂ ਗੱਲ ਕਰ ਰਹੀ ਹੈ। ਸ਼ਾਇਦ ਮੈਂ ਜਵਾਬ ਦੇਣ ਲਈ ਤਿਆਰ ਸੀ। ਮੈਂ ਕਿਹਾ, ਮੈਂ ਸਮਝ ਜਾਵਾਂਗਾ ਕਿ ਹੁਣ ਤੂੰ ਮੈਨੂੰ ਪਿਆਰ ਨਹੀਂ ਕਰਦੀ। ਫਿਰ ਉਹਨੇ ਗੁੱਸੇ ਜਾਂ ਪਿਆਰ ਨਾਲ ਮੇਰੇ ਵੱਲ ਦੇਖਿਆ, ਪਰ ਫਿਰ ਅਗਲੇ ਹੀ ਪਲ ਆਪਣੇ ਬੁੱਲ੍ਹਾਂ 'ਤੇ ਹਲਕੀ ਜਿਹੀ ਮੁਸਕਾਨ ਦਬਾਉਂਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਪਰ ਇਹ ਔਰਤ ਵੀ ਤੁਹਾਨੂੰ ਪਿਆਰ ਕਰਦੀ ਹੈ, ਬਹੁਤ ਪਿਆਰ, ਸ਼ਾਇਦ ਮੇਰੇ ਨਾਲੋਂ ਵੱਧ, ਅਤੇ ਤੁਹਾਡੇ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੀ ਹੈ। ਮੈਨੂੰ ਮੇਰੀ ਪਤਨੀ ਦੇ ਮੂੰਹੋਂ ਇਸ ਸਵਾਲ ਦੀ ਉਮੀਦ ਨਹੀਂ ਸੀ। ਇੱਕ ਸਕਿੰਟ ਵਿੱਚ ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਉੱਠਣ ਲੱਗੇ। ਆਖਰਕਾਰ ਉਹ ਕਿਸ ਔਰਤ ਬਾਰੇ ਗੱਲ ਕਰ ਰਹੀ ਹੈ ਅਤੇ ਉਹ ਕਿਸ ਨੂੰ ਮਿਲਵਾਉਣਾ ਚਾਹੁੰਦੀ ਹੈ। ਮੇਰੇ ਮਨ ਨੂੰ ਅਜਿਹੇ ਹਜ਼ਾਰਾਂ ਸਵਾਲਾਂ ਨੇ ਘੇਰਿਆ ਹੋਇਆ ਸੀ। ਆਖਰ ਮੈਂ ਪੁੱਛਿਆ, ਤੂੰ ਕਿਸ ਦੀ ਗੱਲ ਕਰ ਰਹੀ ਹੈ। ਪਤਨੀ ਨੇ ਬਿਨਾਂ ਕੁਝ ਕਹੇ ਤਸਵੀਰ ਵੱਲ ਇਸ਼ਾਰਾ ਕੀਤਾ ਅਤੇ ਤਸਵੀਰ ਮੇਰੇ ਤੋਂ ਦੂਰ ਰਹਿੰਦੀ ਮਾਂ ਦੀ ਸੀ, ਜਿਸ ਨੂੰ ਮੈਂ ਕਈ ਮਹੀਨਿਆਂ ਤੋਂ ਨਹੀਂ ਦੇਖਿਆ ਸੀ। ਸ਼ਾਇਦ ਕੰਮ ਕਾਰਨ ਮੈਂ ਉਹਨੂੰ ਫੋਨ ਵੀ ਨਾ ਕਰ ਸਕਿਆ। ਆਪਣੇ ਰੁਝੇਵਿਆਂ ਕਾਰਨ ਮੈਂ ਉਸ ਨੂੰ ਸਮਾਂ ਨਹੀਂ ਦੇ ਸਕਿਆ। ਮੈਂ ਆਪਣੀ ਪਤਨੀ ਵੱਲ ਦੇਖਿਆ। ਉਹਨੇ ਮੁਸਕਰਾ ਕੇ ਮੇਰਾ ਮੋਬਾਈਲ ਮੈਨੂੰ ਫੜਾ ਦਿੱਤਾ। ਮੈਂ ਮੰਮੀ ਨੂੰ ਫੋਨ ਕੀਤਾ ਅਤੇ ਉਹਨੂੰ ਰਾਤ ਦਾ ਖਾਣਾ ਖਾਣ ਅਤੇ ਇਕੱਠੇ ਫਿਲਮ ਦੇਖਣ ਲਈ ਕਿਹਾ। ਮੇਰੀ ਆਵਾਜ਼ ਸੁਣ ਕੇ ਮਾਂ ਚੁੱਪ ਹੋ ਗਈ। ਸ਼ਾਇਦ ਇਹ ਤਰਸ ਭਰਿਆ ਲਹਿਜਾ ਸੀ। ਤੁਸੀਂ ਠੀਕ ਹੋ? ਤੁਹਾਡੇ ਦੋਵਾਂ ਵਿੱਚ ਕੋਈ ਸਮੱਸਿਆ ਤਾਂ ਨਹੀਂ ਹੈ? ਮਾਂ ਨੇ ਪੁੱਛਿਆ। ਉਹਨਾਂ ਲਈ ਮੇਰਾ ਇਸ ਤਰ੍ਹਾਂ ਅਚਾਨਕ ਫੋਨ ਕਰਨਾ ਸ਼ਾਇਦ ਕਿਸੇ ਮੁਸੀਬਤ ਦੀ ਨਿਸ਼ਾਨੀ ਸੀ। ਕੋਈ ਸਮੱਸਿਆ ਨਹੀਂ, ਮੈਂ ਸੋਚਿਆ ਕਿ ਤੁਹਾਡੇ ਨਾਲ ਸਮਾਂ ਬਿਤਾਉਣਾ ਖੁਸ਼ੀ ਦੇਵੇਗਾ, ਮੈਂ ਜਵਾਬ ਦਿੱਤਾ ਅਤੇ ਕਿਹਾ, ਬਸ ਅਸੀਂ ਦੋਵੇਂ ਜਾਵਾਂਗੇ। ਉਹਨੇ ਇੱਕ ਪਲ ਲਈ ਇਸ ਬਾਰੇ ਸੋਚਿਆ ਅਤੇ ਫਿਰ ਕਿਹਾ, ਠੀਕ ਹੈ। ਸ਼ੁੱਕਰਵਾਰ ਸ਼ਾਮ ਨੂੰ ਜਦੋਂ ਮੈਂ ਉਸ ਦੇ ਘਰ ਪਹੁੰਚਿਆ ਤਾਂ ਉਹ ਮੇਰਾ ਇੰਤਜ਼ਾਰ ਕਰ ਰਹੀ ਸੀ। ਮੈਨੂੰ ਦੇਖ ਕੇ ਉਹਦਾ ਚਿਹਰਾ ਖੁਸ਼ੀ ਨਾਲ ਚਮਕ ਉੱਠਿਆ, ਜਿਵੇਂ ਉਸ ਨੂੰ ਸਾਲਾਂ ਤੋਂ ਗੁਆਚੀ ਦੌਲਤ ਅਚਾਨਕ ਮਿਲ ਗਈ ਹੋਵੇ। ਮੈਂ ਮਾਂ ਦੇ ਪੈਰ ਛੂਏ ਅਤੇ ਉਹਨੂੰ ਕਾਰ ਵੱਲ ਲੈ ਜਾਣ ਲੱਗਾ। ਉਹ ਵਾਰ-ਵਾਰ ਮੇਰੇ ਵੱਲ ਦੇਖਦੀ ਹੋਈ ਹਲਕਾ ਜਿਹਾ ਮੁਸਕਰਾਉਂਦੀ ਹੋਈ ਕਾਰ ਵੱਲ ਵੱਧ ਰਹੀ ਸੀ। ਕਾਰ ਵਿੱਚ ਮਾਂ ਨੇ ਦੱਸਿਆ ਕਿ ਉਸਨੇ ਆਪਣੀ ਇੱਕ ਦੋਸਤ ਨੂੰ ਆਪਣੇ ਬੇਟੇ ਨਾਲ ਖਾਣਾ ਖਾਣ ਜਾਣ ਬਾਰੇ ਦੱਸਿਆ ਸੀ। ਉਹ ਕਾਫੀ ਪ੍ਰਭਾਵਿਤ ਸੀ। ਕੁਝ ਸਮੇਂ ਤੱਕ ਅਸੀਂ ਮੰਮੀ ਦੇ ਪਸੰਦੀਦਾ ਰੈਸਟੋਰੈਂਟ 'ਤੇ ਪਹੁੰਚ ਗਏ ਸੀ, ਜੋ ਅਜੇ ਵੀ ਸੋਹਣਾ ਅਤੇ ਆਰਾਮਦਾਇਕ ਸੀ। ਅੰਦਰ ਜਾ ਕੇ ਅਸੀਂ ਦੋਵੇਂ ਇੱਕ ਮੇਜ਼ 'ਤੇ ਬੈਠ ਗਏ ਅਤੇ ਮੈਂ ਕੋਲ ਹੀ ਰੱਖਿਆ ਮੈਨੂ ਚੁੱਕ ਕੇ ਪੜ੍ਹਨ ਲੱਗਾ। ਅਚਾਨਕ ਮੇਰੀ ਨਜ਼ਰ ਮੇਰੀ ਮਾਂ 'ਤੇ ਪਈ, ਜੋ ਅਜੇ ਵੀ ਮੇਰੇ ਵੱਲ ਦੇਖ ਰਹੀ ਸੀ, ਪਰ ਇਸ ਵਾਰ ਮੁਸਕਰਾਹਟ ਗਾਇਬ ਸੀ, ਉਦਾਸ ਲੱਗ ਰਹੀ ਸੀ। ਸ਼ਾਇਦ ਮੈਂ ਮੈਨੂ ਨੂੰ ਪੜ੍ਹਨ ਵਿੱਚ ਜ਼ਿਆਦਾ ਸਮਾਂ ਲਗਾਇਆ ਸੀ। ਮੈਂ ਮੈਨੂ ਨੂੰ ਪਾਸੇ ਰੱਖ ਦਿੱਤਾ। ਮੈਂ ਮਾਂ ਤੋਂ ਖਾਣੇ ਬਾਰੇ ਪੁੱਛਿਆ। ਮੈਨੂ ਵੱਲ ਇਸ਼ਾਰਾ ਕਰਦੇ ਹੋਏ ਉਸਨੇ ਮੈਨੂੰ ਕਿਹਾ, ਤੈਨੂੰ ਯਾਦ ਹੈ ਜਦੋਂ ਤੂੰ ਛੋਟਾ ਹੁੰਦਾ ਸੀ ਅਤੇ ਸਾਡੇ ਨਾਲ ਖਾਣਾ ਖਾਣ ਆਉਂਦਾ ਸੀ? ਮੈਂ ਤੇਰੇ ਲਈ ਮੈਨੂ ਦੇਖਦੀ ਸੀ ਅਤੇ ਤੇਰੇ ਲਈ ਵਧੀਆ ਖਾਣਾ ਆਰਡਰ ਕਰਦੀ ਸੀ ਜੋ ਤੈਨੂੰ ਪਸੰਦ ਸੀ। ਹੁਣ ਜ਼ਮਾਨਾ ਬਦਲ ਗਿਆ ਹੈ, ਮਹਿੰਗਾਈ ਵੀ ਬਹੁਤ ਵੱਧ ਗਈ ਹੈ, ਤੂੰ ਇਸ ਵਿੱਚ ਕੁਝ ਨਵਾਂ ਦੇਖ ਰਿਹਾ ਹੋਵੇਗਾ। ਮਾਂ ਦਾ ਜਵਾਬ ਸੁਣ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ, ਪਰ ਮੈਂ ਆਪਣੇ ਆਪ 'ਤੇ ਕਾਬੂ ਰੱਖਦਿਆਂ ਕਿਹਾ, ਮਾਂ, ਇਸ ਵਾਰ ਮੈਂ ਤੁਹਾਡੇ ਲਈ ਮੈਨੂ ਪੜ੍ਹਨਾ ਚਾਹੁੰਦਾ ਹਾਂ। ਇਸ ਤੋਂ ਬਾਅਦ ਮੈਂ ਆਪਣੀ ਮਾਂ ਲਈ ਇੱਕ ਵਧੀਆ ਖਾਣਾ ਆਰਡਰ ਕੀਤਾ। ਖਾਂਦੇ ਸਮੇਂ ਮੇਰੀ ਮਾਂ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਦੀਆਂ ਕਈ ਕਹਾਣੀਆਂ ਸੁਣਾਈਆਂ। ਮੈਨੂੰ ਲੱਗਾ ਜਿਵੇਂ ਮੈਂ ਬਚਪਨ ਵਿੱਚ ਵਾਪਸ ਆ ਗਿਆ ਹਾਂ। ਉਸ ਸਮੇਂ ਮੈਂ ਇੰਨਾ ਖੁਸ਼ ਸੀ ਕਿ ਜਿਵੇਂ ਸਾਰੀ ਦੁਨੀਆ ਉਸ ਦੇ ਸਾਹਮਣੇ ਫਿੱਕੀ ਲੱਗਦੀ ਸੀ। ਗੱਲਾਂ ਕਰਦਿਆਂ ਸਮੇਂ ਦਾ ਪਤਾ ਹੀ ਨਹੀਂ ਲੱਗਾ। ਮੈਂ ਮਾਂ ਨਾਲ ਕੁਝ ਹੋਰ ਸਮਾਂ ਬਿਤਾਉਣਾ ਚਾਹੁੰਦਾ ਸੀ।
ਪਰ ਹਨੇਰਾ ਹੋ ਗਿਆ ਸੀ ਅਤੇ ਮੈਂ ਮਾਂ ਨੂੰ ਉਸ ਦੇ ਘਰ ਛੱਡ ਕੇ ਵਾਪਸ ਆਪਣੇ ਘਰ ਜਾਣਾ ਸੀ। ਇਹਨਾਂ ਸ਼ਬਦਾਂ ਦਾ ਅਰਥ ਮੈਨੂੰ ਬਾਅਦ ਵਿੱਚ ਸਮਝ ਆਇਆ, ਪਰ ਕੁਝ ਦੇਰ 'ਚ ਮੈਂ ਆਪਣੀ ਮਾਂ ਨੂੰ ਲੈ ਕੇ ਉਹਦੇ ਘਰ ਪਹੁੰਚ ਗਿਆ। ਹੁਣ ਸਮਾਂ ਸੀ ਆਪਣੀ ਮਾਂ ਤੋਂ ਵਿਦਾ ਲੈਣ ਦਾ। ਮਾਂ ਨੇ ਮੇਰੇ ਵੱਲ ਇਸ ਉਮੀਦ ਨਾਲ ਦੇਖਿਆ ਅਤੇ ਕਿਹਾ ਕਿ ਅਗਲੀ ਵਾਰ ਜੇਕਰ ਮੈਂ ਉਹਨੂੰ ਖਾਣੇ ਦਾ ਬਿੱਲ ਪੇਮੈਂਟ ਕਰਨ ਦਿੰਦਾ ਹਾਂ ਤਾਂ ਹੀ ਉਹ ਮੇਰੇ ਨਾਲ ਰਾਤ ਦੇ ਖਾਣੇ ਲਈ ਦੁਬਾਰਾ ਆਉਣਾ ਚਾਹੇਗੀ। ਮੈਂ ਆਪਣੀ ਮਾਂ ਨੂੰ ਮੁਸਕਰਾ ਕੇ ਕਿਹਾ ਕਿ ਮਾਂ, ਤੁਸੀਂ ਜਦੋਂ ਚਾਹੋ, ਅਤੇ ਬਿੱਲ ਕੌਣ ਭਰਦਾ ਹੈ, ਇਸ ਨਾਲ ਕੀ ਫਰਕ ਪੈਂਦਾ ਹੈ। ਮਾਂ ਨੇ ਮੁਸਕਰਾ ਕੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਫਰਕ ਪੈਂਦਾ ਹੈ। ਇਸ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਅਲਵਿਦਾ ਕਿਹਾ ਕਿ ਆਪਣੇ ਘਰ ਵੱਲ ਚੱਲ ਪਿਆ। ਜਦੋਂ ਮੈਂ ਘਰ ਪਹੁੰਚਿਆ ਤਾਂ ਵੇਖਿਆ ਕਿ ਮੇਰੀ ਪਤਨੀ ਮੇਰੀ ਉਡੀਕ ਕਰ ਰਹੀ ਸੀ। ਉਸਨੇ ਪੁੱਛਿਆ ਕਿ ਤੁਹਾਡਾ ਦਿਨ ਕਿਵੇਂ ਰਿਹਾ। ਬਹੁਤ ਵਧੀਆ, ਜਿੰਨਾ ਸੋਚਿਆ ਸੀ ਉਸ ਨਾਲੋਂ ਬਿਹਤਰ, ਮੈਂ ਜਵਾਬ ਦਿੱਤਾ। ਕੁਝ ਦਿਨਾਂ ਬਾਅਦ ਮੈਨੂੰ ਅਚਾਨਕ ਮੇਰੀ ਮਾਂ ਦੀ ਮੌਤ ਦੀ ਖਬਰ ਮਿਲੀ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਇਹ ਇੰਨਾ ਅਚਾਨਕ ਹੋਇਆ ਸੀ ਕਿ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਆਪਣੀ ਮਾਂ ਲਈ ਕੁਝ ਨਹੀਂ ਕੀਤਾ। ਮੈਂ ਉਹਦੇ ਨਾਲ ਹੋਰ ਸਮਾਂ ਬਿਤਾਉਣਾ ਚਾਹੁੰਦਾ ਸੀ, ਪਰ ਅਫਸੋਸ ਆਪਣੇ ਕੰਮ ਕਰਕੇ ਮਾਂ ਲਈ ਸਮਾਂ ਨਹੀਂ ਕੱਢ ਸਕਿਆ। ਪਰ ਅਫਸੋਸ ਕਰਨ ਦਾ ਕੀ ਫਾਇਦਾ, ਜਦੋਂ ਮਾਂ ਸੀ ਸਮਾਂ ਨਹੀਂ ਸੀ, ਅਤੇ ਹੁਣ ਜਦੋਂ ਮਾਂ ਨਹੀਂ ਸੀ ਦੁੱਖ ਅਤੇ ਅਫਸੋਸ ਹੈ। ਮੈਨੂੰ ਮੇਰੀ ਮਾਂ ਦੀ ਮੌਤ ਤੋਂ ਬਾਅਦ ਇੱਕ ਲਿਫਾਫਾ ਮਿਲਿਆ। ਉਸ ਲਿਫਾਫੇ ਵਿੱਚ ਉਸੇ ਰੈਸਟੋਰੈਂਟ ਦੇ 2 ਲੋਕਾਂ ਦੇ ਖਾਣੇ ਦੀ ਐਡਵਾਂਸ ਪੇਮੈਂਟ ਦੀ ਰਸੀਦ ਸੀ ਅਤੇ ਮਾਂ ਦੀ ਇੱਕ ਚਿੱਠੀ ਸੀ ਜਿਸ ਵਿੱਚ ਉਹਨੇ ਲਿਖਿਆ ਸੀ, ਮੇਰੇ ਪੁੱਤ, ਮੈਨੂੰ ਨਹੀਂ ਪਤਾ ਕਿ ਮੈਂ ਤੇਰੇ ਨਾਲ ਦੁਬਾਰਾ ਰਾਤ ਦਾ ਖਾਣਾ ਖਾ ਸਕਾਂਗੀ ਜਾਂ ਨਹੀਂ। ਮੈਂ 2 ਲੋਕਾਂ ਲਈ ਐਡਵਾਂਸ ਪੇਮੈਂਟ ਕਰ ਦਿੱਤੀ ਹੈ। ਜੇ ਮੈਂ ਨਾ ਜਾ ਸਕੀ ਤਾਂ ਤੂੰ ਆਪਣੀ ਪਤਨੀ ਨੂੰ ਨਾਲ ਲੈ ਕੇ ਡਿਨਰ ਕਰਨ ਜਾਈਂ। ਉਸ ਰਾਤ ਤੂੰ ਕਿਹਾ ਸੀ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਮੇਰੇ ਵਰਗੀ ਔਰਤ ਨੂੰ ਜੋ ਇਕੱਲੀ ਰਹਿੰਦੀ ਹੈ ਫਰਕ ਪੈਂਦਾ ਹੈ। ਤੈਨੂੰ ਨਹੀਂ ਪਤਾ ਕਿ ਉਸ ਰਾਤ ਤੇਰੇ ਨਾਲ ਬਿਤਾਇਆ ਹਰ ਪਲ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਪਲ ਸੀ। ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ, ਤੇਰੀ ਮਾਂ। ਦੋਸਤੋ, ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਨਸਾਨ ਨੂੰ ਆਪਣਿਆਂ ਦੇ ਦੂਰ ਹੋ ਜਾਣ ਤੋਂ ਬਾਅਦ ਦੁੱਖ ਹੁੰਦਾ ਹੈ। ਜੇਕਰ ਸਮੇਂ ਸਿਰ ਇਸ ਦਾ ਅਹਿਸਾਸ ਹੋ ਜਾਵੇ ਤਾਂ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਪਰਿਵਾਰ ਵਿੱਚ ਖੁਸ਼ੀਆਂ ਲਿਆ ਸਕਦੀਆਂ ਹਨ, ਅਤੇ ਮਾਂ-ਬਾਪ ਤਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਅਨਮੋਲ ਵਿਰਸਾ ਹੁੰਦੇ ਨੇ। ਤਾਂ ਉਹਨਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਦੇ ਕੋਲ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ, ਕਮੈਂਟਸ ਦੇ ਰਾਹੀਂ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ।